ਨਾਵਲ ਬਲ ਦੇ ਦੀਵੇ ਅੰਕ 8ਵਾਂ। ਪੰਚਾਇਤ ਵਿੱਚ ਇਸ ਕਿਸਮ ਦੇ ਹੋਰ ਕਈ ਮਾਮਲਿਆਂ ਵਿੱਚ ਗੱਲਬਾਤ ਹੁੰਦੀ ਰਹੀ। ਫਸਲਾਂ ਦੇ ਬਾਰੇ ਅਤੇ ਖੇਤਾਂ ਵਿੱਚ ਪਾਣੀ ਦੇਣ ਦੇ ਬਾਰੇ ਕਈ ਅਹਿਮ ਫੈਸਲੇ ਕੀਤੇ ਗਏ। ਇੱਕ ਦੋ ਲੋਕਾਂ ਦੀਆਂ ਸ਼ਿਕਾਇਤ ਵੀ ਹੋਈ ਜਿਹੜੇ ਆਪਣੇ ਹਮਸਾਇਆਂ ਨੂੰ ਖਾਹ ਤੰਗ ਕਰਦੇ ਸਨ। ਉਹਨਾਂ ਨੂੰ ਸਮਝਣ ਦੀ ਜ਼ਿੰਮੇਵਾਰੀ ਇੱਕ ਦੋ ਬਜ਼ੁਰਗਾਂ ਨੂੰ ਸੌਂਪੀ ਗਈ ਸੀ। ਸਲੀਮ ਨੂੰ ਇਹ ਵੀ ਪਤਾ ਲੱਗਾ ਕਈ ਵਾਰੀ ਖੇਤਾਂ ਵਿੱਚ ਪਾਣੀ ਦੇਣ ਲੈਣ ਤੋਂ ਸਿਰਫ ਫਟੋਲ ਹੁੰਦੇ ਰਹਿੰਦੇ ਸਨ। ਉਹਦੇ ਕੋਲ ਬੈਠੇ ਹੋਏ ਆਦਮੀ ਨੇ ਦੱਸਿਆ 4 ਮਹੀਨੇ ਪਹਿਲਾਂ 2 ਕਤਲ ਵੀ ਹੋ ਗਏ ਸਨ, ਜਿਨ੍ਹਾਂ ਦੇ ਮਰਨ ਵਾਲਿਆਂ 'ਤੇ ਹਾਲੇ ਤੱਕ ਮੁਕੱਦਮੇ ਚੱਲ ਰਹੇ ਨੇ। ਇਸ ਤਰ੍ਹਾਂ ਕਈ ਖਾਨਦਾਨੀ ਦੁਸ਼ਮਣੀਆਂ ਵੀ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਪਾਸੇ ਚੌਧਰੀ ਸਾਹਿਬ ਦੀ ਪਾਰਟੀ ਅਤੇ ਦੂਜੇ ਪਾਸੇ ਇੱਕ ਹੋਰ ਜ਼ਿਮੀਂਦਾਰ ਦੀ। ਕੋਈ 2 ਘੰਟੇ ਪਿੱਛੋਂ ਪੰਚਾਇਤ ਖਤਮ ਹੋਣ ਦਾ ਵੇਲਾ ਆ ਗਿਆ। ਇੱਕ ਪੰਚ ਨੇ ਆਵਾਜ਼ ਦਿੱਤੀ, ਅਬਦੁੱਲਾ, ਜਰਾ ਹੁਣ ਸਾਨੂੰ ਕੋਈ ਗਾਣਾ ਵਾਣਾ ਸੁਣਾ ਦੇ ਅਤੇ ਫਿਰ ਅਸੀਂ ਆਪਣੇ ਰਾਹ ਲੱਗੀਏ। ਉਹਨਾਂ ਵਿੱਚੋਂ ਬੈਠੇ ਹੋਏ ਇੱਕ ਸ਼ਖਸ ਅਬਦੁੱਲਾ ਨੇ ਬੰਸਰੀ ਕੱਢੀ ਅਤੇ ਉਹਦੇ ਸੁਰ ਵਜਾਉਣ ਲੱਗਾ। ਉਸ ਵੇਲੇ ਚੰਨ ਦੀ ਨਿੰਮੀ ਚਾਨਣੀ ਖੇਤਾਂ ਵਿੱਚ ਹਰ ਪਾਸੇ ਫੈਲੀ ਹੋਈ ਸੀ। ਹਵਾ ਦੇ ਹਲਕੇ ਝੋਕਿਆਂ ਨਾਲ ਫਸਲਾਂ ਹਿੱਲ ਕੇ ਅਜੀਬ ਸਮਾਂ ਪੈਦਾ ਕਰ ਰਹੀਆਂ ਸਨ। ਥੋੜ੍ਹੀ ਦੇਰ ਪਿੱਛੋਂ ਅਬਦੁੱਲਾ ਦੇ ਨਾਲ ਬੈਠੇ ਆਦਮੀ ਨੇ ਬੰਸਰੀ ਦੇ ਨਾਲ ਗਾਣਾ ਸ਼ੁਰੂ ਕਰ ਦਿੱਤਾ। ਹੀਰ ਆਖਿਆ ਜੋਗੀਆ ਝੂਠ ਆਖੇ, ਕੌਣ ਰੁੱਠੜੇ ਯਾਰ ਮਨਾਉਂਦਾ ਏ। ਐਸਾ ਕੋਈ ਨਾ ਲੱਭਿਆ ਢੂੰਡ ਥਕੀ ਜਿਹੜਾ ਗਿਆਨ ਨੂੰ ਮੋੜ ਲਿਆਉਂਦਾ ਏ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜਿਉਂ ਦਾ ਰੋਗ ਗਵਾਉਂਦਾ ਏ। ਭਲਾ ਦੱਸ ਖਾਂ ਚਿਰੀ ਵਿਛੋੜਿਆਂ ਨੂੰ ਕਦੋਂ ਰੱਬ ਸੱਚਾ ਘਰ ਲਿਆਉਂਦਾ ਏ। ਗਾਣਾ ਜਦੋਂ ਖਤਮ ਹੋਇਆ, ਕਿੰਨੀ ਦੇਰ ਫਿਜ਼ਾ ਵਿੱਚ ਬੰਸਰੀ ਦੀ ਲੈਅ ਅਤੇ ਅਬਦੁੱਲਾ ਦੀ ਆਵਾਜ਼ ਗੂੰਜਦੀ ਰਹੀ। ਇੱਕ ਅਜੀਬ ਕਿਸਮ ਦਾ ਮਾਹੌਲ ਪੈਦਾ ਹੋ ਗਿਆ ਸੀ। ਲੋਕ ਸਾਰੇ ਲੋਕ ਚੁੱਪਚਾਪ ਆਪਣੀਆਂ ਡੂੰਘੀਆਂ ਸੋਚਾਂ ਵਿੱਚ ਡੁੱਬੇ ਰਹੇ। ਸਲੀਮ ਨੇ ਹੌਲੀ ਜਿਹੇ ਮੁਨਸ਼ੀ ਜੀ ਤੋਂ ਪੁੱਛਿਆ, ਚੌਧਰੀ ਸਾਹਿਬ ਇਸ ਮੀਟਿੰਗ ਵਿੱਚ ਕਿਉਂ ਨਹੀਂ ਆਏ? ਥੋੜ੍ਹਾ ਚਿਰ ਮੁਨਸ਼ੀ ਜੀ ਚੁੱਪ ਬੈਠੇ ਰਹੇ। ਇੰਝ ਲੱਗਦਾ ਸੀ ਉਹ ਕੁਝ ਸੋਚਦੇ ਪਏ ਨੇ। ਫਿਰ ਉਹਨਾਂ ਨੇ ਲੰਬੀ ਆਹ ਭਰੀ ਅਤੇ ਹੌਲੀ ਜਿਹੀ ਆਵਾਜ਼ ਵਿੱਚ ਸਲੀਮ ਨੂੰ ਦੱਸਣ ਲੱਗੇ, ਅੱਜ ਦੀ ਰਾਤ ਉਹ ਸ਼ਹਿਰ ਗਏ ਨੇ। ਮੈਂ ਤੁਹਾਨੂੰ ਕੀ ਦੱਸਾਂ ਪੁੱਤਰ ਸਲੀਮ, ਇਹ ਸਾਡੇ ਚੌਧਰੀ ਸਾਹਿਬ ਦੇ ਖਾਨਦਾਨ ਦੀ ਬਦਕਿਸਮਤੀ ਹੈ। ਉਹ ਐਡੇ ਵੱਡੇ ਖਾਨਦਾਨ ਦੇ ਪੁੱਤਰ ਨੇ, ਪਰ ਉਹਨਾਂ ਨੂੰ ਇੱਕ ਅਜੀਬ ਇੱਲਤ ਪੈ ਗਈ। ਇਹਦੇ ਨਾਲ ਸਾਰੇ ਪਿੰਡ ਦੇ ਲੋਕਾਂ ਨੂੰ ਡਾਂਡਾ ਦੁੱਖ ਹੈ। ਸ਼ਹਿਰ ਵਿੱਚ ਬੜੀ ਮਸ਼ਹੂਰ ਕੋਠੇ ਵਾਲੀ ਏ। ਉਹਨੇ ਚੌਧਰੀ ਸਾਹਿਬ 'ਤੇ ਅਜਿਹਾ ਜਾਦੂ ਚਲਾਇਆ ਏ, ਉਹ ਸਭ ਕੁਝ ਭੁੱਲ ਭੁਲਾ ਕੇ ਉਹਦੇ ਗੁਲਾਮ ਬਣ ਕੇ ਰਹਿ ਗਏ ਨੇ। ਆਪਣੇ ਮਾਂ ਪਿਓ ਦੀ ਜਾਇਦਾਦ ਵਿੱਚੋਂ ਜਿੰਨਾ ਵੀ ਹੋ ਸਕਦਾ ਹੈ ਸਿਉਣਾ ਅਤੇ ਨਗਦੀ ਅਤੇ ਹੋਰ ਤੋਹਫੇ ਉਸ ਨੂੰ ਦਿੰਦੇ ਰਹਿੰਦੇ ਨੇ। ਪਹਿਲਾਂ ਤਾਂ ਚੌਧਰੀ ਸਾਹਿਬ ਕਦੇ ਹੀ ਜਾਂਦੇ, ਪਰ ਹੁਣ ਇਹ ਹਾਲਤ ਏ ਜੇ ਹਫ਼ਤੇ ਵਿੱਚ 2 ਵਾਰੀ ਸ਼ਹਿਰ ਦਾ ਚੱਕਰ ਜ਼ਰੂਰ ਲਾਉਂਦੇ ਨੇ। ਕਈ ਵਾਰੀ 2-2, 3-3 ਰਾਤਾਂ ਪਿੱਛੋਂ ਮੁੜ ਕੇ ਆਉਂਦੇ ਨੇ। ਇੰਨਾ ਕਹਿ ਕੇ ਮੁਨਸ਼ੀ ਜੀ ਚੁੱਪ ਹੋ ਗਏ। ਇਹਨਾਂ ਦੀਆਂ ਸ਼ਕਲਾਂ ਤੋਂ ਪਤਾ ਲੱਗਦਾ ਸੀ ਜੇ ਉਹਨਾਂ ਨੂੰ ਇਸ ਗੱਲ ਦਾ ਵੀ ਰੰਜ ਸੀ। ਸਲੀਮ ਨੇ ਦਿਲ ਵਿੱਚ ਉਹਨਾਂ ਦੀ ਵਫ਼ਾਦਾਰੀ ਦੀ ਦਾਤ ਦਿੱਤੀ। ਮੁਨਸ਼ੀ ਜੀ ਦੀਆਂ ਗੱਲਾਂ ਸੁਣ ਕੇ ਸਲੀਮ ਦਾ ਦਿਲ ਇੰਨਾ ਉਦਾਸ ਹੋ ਗਿਆ ਜੇ ਥੋੜ੍ਹੀ ਦੇਰ ਪਹਿਲਾਂ ਜਿਹੜਾ ਜਾਦੂ ਅਸਰ ਬੰਸਰੀ ਦੇ ਪਿਆਰੇ ਰਾਗ ਨੇ ਉਹਦੇ ਦਿਲ 'ਤੇ ਕੀਤਾ ਸੀ ਅਤੇ ਉਹਨੂੰ ਇੰਨੀ ਖੁਸ਼ੀ ਹੋਈ ਸੀ, ਉਹਦੀ ਖੁਸ਼ੀ ਸਾਰੀ ਮੁੱਕ ਗਈ। ਥੋੜ੍ਹਾ ਚਿਰ ਪਹਿਲੇ ਉਹਨੂੰ ਚਾਰੇ ਪਾਸੇ ਹੀ ਫਿਜ਼ਾ, ਖੇਤਾਂ ਵਿੱਚ ਹਲਕੀ ਹਵਾ, ਦਰੱਖਤਾਂ ਵਿੱਚੋਂ ਝਾਤੀਆਂ ਮਾਰਦੇ ਤਾਰੇ, ਇਹਨਾਂ ਸਭ ਗੱਲਾਂ ਦਾ ਬੜਾ ਮਜ਼ਾ ਆ ਗਿਆ ਸੀ।
ਪਰ ਹੁਣ ਇਹ ਸਭ ਗੱਲਾਂ ਫਜ਼ੂਲ ਲੱਗਣ ਡੈ ਪਈਆਂ। ਉਹਨੂੰ ਜਰੀਨਾ ਦਾ ਖਿਆਲ ਆਇਆ, ਜਿਹੜੀ ਉਸ ਵੇਲੇ ਆਪਣੇ ਕਮਰੇ ਵਿੱਚ ਲੇਟੀ ਹੋਈ ਕੱਲੀ ਇੰਤਜ਼ਾਰ ਵਿੱਚ ਬੈਠੀ ਹੋਈ ਹੈ। ਆਪਣੇ ਦਿਲ ਵਿੱਚ ਕਿਹੜੇ ਕਿਹੜੇ ਅਰਮਾਨ ਤੇ ਸਦਰਾਂ ਲਾ ਕੇ ਆਪਣੇ ਆਉਣ ਵਾਲੇ ਜ਼ਮਾਨੇ ਦੀਆਂ ਸੋਚਾਂ ਸੋਚਦੀ ਹੋਣੀ ਹੈ। ਇਹ ਸਾਰੀ ਉਦਾਸੀ ਤੇ ਤਖੱਲਫ ਉਸ ਨੂੰ ਸਿਰਫ ਇਸ ਵਾਸਤੇ ਸੀ। ਉਸ ਦੇ ਜ਼ਹਿਨ ਵਿੱਚ ਉਲਝਣ ਸਿਰਫ ਇਸ ਗੱਲ ਦੀ ਸੀ ਕਿ ਚੌਧਰੀ ਸਾਹਿਬ ਦੇ ਘਰ ਇੱਕ ਮੁੰਡਾ ਪੈਦਾ ਹੋਵੇ, ਜਿਹੜਾ ਉਹਨਾਂ ਦੀ ਜਾਇਦਾਦ ਤੇ ਸਾਰੀ ਦੌਲਤ ਦਾ ਵਾਲੀ ਵਾਰਸ ਬਣੇ। ਇਸ ਵੇਲੇ ਜਰੀਨਾ ਉਸ ਗੱਲ ਦੀ ਤਕਮੀਲ ਵਾਸਤੇ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਬਾਜੀ ਦਾ ਇੱਕ ਮੋਹਰਾ ਬਣੀ ਹੋਈ ਸੀ। ਚੌਧਰੀ ਸਾਹਿਬ ਆਪ ਇਸ ਵੇਲੇ ਇੱਕ ਕੋਠੇ ਵਾਲੀ ਨਾਲ ਰੰਗ ਰਲੀਆਂ ਮਨਾਉਣ ਵਿੱਚ ਮਸਰੂਫ ਸਨ, ਜਿਹੜੀ ਕਦੇ ਉਹਨਾਂ ਨਾਲ ਵਫਾ ਨਹੀਂ ਸੀ ਕਰ ਸਕਦੀ। ਸਲੀਮ ਨੇ ਬੜੀ ਬੇਦਿਲੀ ਨਾਲ ਮੁਨਸ਼ੀ ਜੀ ਕੋਲੋਂ ਇਜਾਜ਼ਤ ਮੰਗੀ ਤੇ ਚੁੱਪਚਾਪ ਉੱਠ ਕੇ ਆਪਣੇ ਘਰ ਵੱਲ ਟੁਰ ਪਿਆ। ਉੱਥੇ ਬਹਿਣ ਵਾਸਤੇ ਦਾ ਦਿਲ ਨਾ ਕੀਤਾ। ਉਹ ਚਾਹੁੰਦਾ ਸੀ ਉਹ ਛੇਤੀ ਨਾਲ ਹਵੇਲੀ ਪਹੁੰਚ ਜਾਏ, ਜਿੱਥੇ ਜਰੀਨਾ ਚੁੱਪਚਾਪ ਆਪਣੀ ਮੁਸ਼ਕਲ ਮੰਜ਼ਿਲ ਨੂੰ ਪਾਉਣ ਲਈ ਆਪਣੇ ਡਾਢੇ ਸਖਤ ਇਮਤਿਹਾਨ ਵਿੱਚੋਂ ਲੰਘਦੀ ਪਈ ਸੀ। ਖੇਤਾਂ ਦੀ ਪਗਡੰਡੀ ਉੱਤੋਂ ਲੰਘਦੇ ਸਲੀਮ ਨੇ ਆਸਮਾਨ ਵੱਲ ਵੇਖਿਆ ਤੇ ਖੁਦਾ ਦੀ ਬੇਨਿਆਜ਼ੀ ਦਾ ਸੋਚ ਕੇ ਕਹਿ ਉੱਠਿਆ, ਕਾਸ਼ ਮੈਂ ਜਰੀਨਾ ਨੂੰ ਖੁਸ਼ੀਆਂ ਦੇ ਸਕਦਾ। ਕਿੰਨਾ ਹੀ ਚੰਗਾ ਹੁੰਦਾ ਜੇ ਖੁਦਾ ਨੇ ਸਾਡੇ ਹੱਥ ਵਿੱਚ ਥੋੜ੍ਹਾ ਜਿਹਾ ਇਖਤਿਆਰ ਦਿੱਤਾ ਹੁੰਦਾ। ਮੈਂ ਜਰੀਨਾ ਦੀ ਖਾਤਰ ਆਪਣੀ ਹਯਾਤੀ ਦੀਆਂ ਸਾਰੀਆਂ ਨਿਆਮਤਾਂ ਇਕੱਠੀਆਂ ਕਰਕੇ ਉਹਦੇ ਪੈਰਾਂ ਵਿੱਚ ਸੁੱਟ ਦਿੰਦਾ ਤੇ ਉਹਨੂੰ ਦਿਲੀ ਖੁਆਇਸ਼ਾਂ ਦੇ ਸਕਦਾ। ਕਾਸ਼ ਮੈਂ ਹਯਾਤੀ ਦੀ ਇਸ ਡਾਢੀ ਮੁਸੀਬਤ ਵਿੱਚ ਜਰੀਨਾ ਵਾਸਤੇ ਸਹਾਰਾ ਬਣ ਸਕਦਾ, ਪਰ ਨਹੀਂ। ਮੈਂ ਇਹ ਸਭ ਕੁਝ ਕਿਉਂ ਕਹਿੰਦਾ ਪਿਆ ਹਾਂ? ਜਰੀਨਾ ਨਾਲ ਮੈਨੂੰ ਇੰਨੀ ਹਮਦਰਦੀ ਕਿਉਂ ਹੈ? ਮੈਂ ਤੇ ਪਿੰਡਾਂ ਦੀ ਜ਼ਿੰਦਗੀ ਦੇ ਇੱਥੋਂ ਦੇ ਤੌਰ ਤਰੀਕਿਆਂ ਤੋਂ ਹਮੇਸ਼ਾ ਨੱਠਦਾ ਰਿਹਾ ਹਾਂ, ਪਰ ਪਿੰਡ ਦੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਇੱਕ ਉਹ ਲੋਕ ਨੇ ਰਮਜ਼ਾਨੀ ਜਿਹੇ, ਗੱਲ ਤੇ ਮਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਥਾਂ ਤੇ ਨਾਲਾ ਖੋਲ੍ਹ ਕੇ ਪਿਸ਼ਾਬ ਕਰਨ ਬਹਿ ਜਾਣਾ। ਸਰਦਾਰੇ ਵਾਂਗੂ ਆਪਣੇ ਅੱਡੇ ਬਣਾ ਕੇ ਸਿੱਟਾਬਾਜ਼ੀ ਕਰਵਾਉਣਾ, ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨਾ ਤੇ ਬੇਸ਼ਰਮੀ ਵਾਲੀਆਂ ਗੱਲਾਂ ਕਰਨੀਆਂ, ਚੋਰੀਆਂ ਤੇ ਡਾਕੇ ਪਾਉਣੇ, ਕਾਲਾ ਧੰਦਾ ਤੇ ਚੋਰ ਬਜ਼ਾਰੀ ਕਰਵਾਉਣਾ ਉਹਨਾਂ ਦਾ ਕੰਮ ਸੀ। ਦੂਜੇ ਪਾਸੇ ਬਾਬਾ ਮਿਰਾਜ਼ਦੀਨ ਤੇ ਮੁਨਸ਼ੀ ਜਿਹੇ ਲੋਕ ਸਨ, ਜਿਨ੍ਹਾਂ ਨੂੰ ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ, ਆਉਣ ਵਾਲੀਆਂ ਨਸਲਾਂ ਨਾਲ ਤੇ ਹਰ ਚੰਗੀ ਤੇ ਇਨਸਾਨੀ ਅਜ਼ਾਮਤ ਨੂੰ ਵਧਾਉਣ ਵਾਲੀਆਂ ਗੱਲਾਂ ਨਾਲ ਪਿਆਰ ਸੀ। ਸਲੀਮ ਨੂੰ ਉਸ ਰਾਤ ਦਾ ਵਾਕਿਆ ਯਾਦ ਆਇਆ, ਜਦੋਂ ਉਹਨੂੰ ਇੱਥੇ ਆਇਆ ਹੋਇਆ ਹਾਲੇ ਥੋੜ੍ਹਾ ਚਿਰ ਹੋਇਆ ਸੀ। ਅੱਧੀ ਰਾਤ ਬਾਹਰੋਂ ਆਉਣ ਵਾਲੇ ਸ਼ੋਰ ਨਾਲ ਹੜਬੜਾ ਕੇ ਉਸਦੀ ਅੱਖ ਖੁੱਲ੍ਹ ਗਈ। ਮਰਦਾਨਾ ਖਾਨ ਵਿੱਚ ਉੱਚੀ ਸ਼ੋਰ ਆਉਂਦਾ ਪਿਆ ਸੀ। ਚੌਧਰੀ ਸਾਹਿਬ ਗਰਜ ਕੇ ਕਿਸੇ ਨੂੰ ਗਲੀਜ਼ ਗਾਲਾਂ ਕੱਢਦੇ ਪਏ ਸਨ। ਇੰਝ ਲੱਗਦਾ ਸੀ ਉਹ ਚਾਬੁਕ ਜਾਂ ਸੋਟੀ ਦੇ ਨਾਲ ਕਿਸੇ ਨੂੰ ਮਾਰਦੇ ਪਏ ਸਨ। 2-3 ਬੰਦਿਆਂ ਦੀ ਘਗਾਈ ਹੋਈ ਆਵਾਜ਼ ਆਉਂਦੀ ਪਈ ਸੀ, ਜਿਹੜੇ ਸ਼ਾਇਦ ਮਾਫ਼ੀ ਮੰਗਦੇ ਪਏ ਸਨ। ਥੋੜ੍ਹੇ ਚਿਰ ਪਿੱਛੋਂ ਠੁੱਡੇ ਮਾਰ ਕੇ ਉਹਨਾਂ ਨੂੰ ਦਰਵਾਜ਼ਾ ਖੋਲ੍ਹ ਕੇ ਬਾਹਰ ਸੁੱਟ ਦਿੱਤਾ ਗਿਆ। ਸਲੀਮ ਨੇ ਉੱਠ ਕੇ ਆਪਣੀ ਬਾਰੀ ਵਿੱਚੋਂ ਵੇਖਿਆ। 2 ਆਦਮੀ ਮੂਧੇ ਮੂੰਹ ਸਿੱਧੇ ਪਏ ਹੋਏ ਸਨ। ਦੋਵੇਂ ਹਰ ਵੇਲੇ ਚੌਧਰੀ ਸਾਹਿਬ ਦੇ ਅੱਗੇ ਪਿੱਛੇ ਰਹਿੰਦੇ ਸਨ। ਕਦੀ ਹੁੱਕਾ ਦਿੰਦੇ, ਕਦੀ ਜੁੱਤੀਆਂ ਪਵਾਉਂਦੇ ਤੇ ਕਦੀ ਹੱਥ ਧਵਾਉਂਦੇ। ਦੋਵੇਂ ਚੰਗੇ ਭਲੇ ਡੀਲ ਡੋਲ ਵਾਲੇ ਸਨ, ਪਰ ਚੌਧਰੀ ਸਾਹਿਬ ਦੇ ਸਾਹਮਣੇ ਇੰਨੇ ਬੇਬਸ। ਇਹ ਦੌਲਤ ਦਾ ਰੋਪ ਸੀ। ਉਸ ਰਾਤ ਸਲੀਮ ਕਿੰਨੀ ਦੇਰ ਸੌਂ ਨਾ ਸਕਿਆ। ਫਿਰ ਉਹਨੂੰ ਇਸ ਗੱਲ ਦੀ ਆਦਤ ਪੈ ਗਈ। ਚੌਧਰੀ ਸਾਹਿਬ ਜਦੋਂ ਰਾਤ ਇੱਥੇ ਹੁੰਦੇ ਸਨ, ਹਰ ਵਾਰੀ ਕਿਸੇ ਨਾ ਕਿਸੇ ਦੀ ਮਾਰ ਪਟਾਈ ਜ਼ਰੂਰ ਹੁੰਦੀ ਸੀ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੇ ਸ਼ਰਾਬ ਵੀ ਪੀਤੀ ਹੁੰਦੀ ਸੀ। ਮਾਂ ਭੈਣਾਂ ਦੀਆਂ
ਗਲੀਜ਼ ਗਾਲਾਂ ਕੱਢਣੀਆਂ ਤੇ ਆਪਣੇ ਮਜ਼ਾਰਿਆਂ ਨੂੰ ਮਾਰਨਾ ਉਹ ਆਪਣਾ ਹੱਕ ਸਮਝਦੇ ਸਨ। ਜਦੋਂ ਸਲੀਮ ਹਵੇਲੀ ਪਹੁੰਚਾ, ਬਾਹਰ ਮਰਦਾਨ ਖਾਨੇ ਵਿੱਚ ਕੁਝ ਨੌਕਰ ਹੁੱਕਾ ਪੀ ਰਹੇ ਸਨ। ਇਮਾਮ ਬਖਸ਼ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਡਾਕਟਰ ਸਲੀਮ ਨੂੰ ਪੁੱਛਿਆ, ਡਾਕਟਰ ਜੀ, ਕਿਸੇ ਸ਼ੈ ਦੀ ਲੋੜ ਹੋਵੇ ਤਾਂ ਹਾਜ਼ਰ ਕਰ ਦੇਵਾਂ? ਜਨਾਬ ਨੇ ਪੰਚਾਇਤ 'ਤੇ ਹਾਜ਼ਰੀ ਦੇਣੀ ਸੀ। ਇੰਜ ਜਾਪਦਾ ਏ ਜੇ ਛੇਤੀ ਨਾਲ ਉੱਠ ਕੇ ਆ ਗਿਆ ਹੋਏ। ਸਲੀਮ ਇਸ ਵੇਲੇ ਗੱਲਾਂ ਬਾਤਾਂ ਕਰਨ ਦੇ ਮੂਡ ਵਿੱਚ ਨਹੀਂ ਸੀ। ਉਹਨੇ ਗੱਲ ਵਧਣ ਵਾਸਤੇ ਇਮਾਮ ਬਖਸ਼ ਨੂੰ ਪੁੱਛਿਆ, ਅੰਦਰੋਂ ਹਵੇਲੀ ਵਿੱਚੋਂ ਕੋਈ ਮੇਰੇ ਵਾਸਤੇ ਸੁਨੇਹਾ ਤਾਂ ਨਹੀਂ ਆਇਆ? ਇਮਾਮ ਬਖਸ਼ ਨੇ ਦੱਸਿਆ, ਨਹੀਂ ਜਨਾਬ, ਮੇਰੇ ਇੱਥੇ ਹੁੰਦਿਆਂ ਤਾਂ ਕੋਈ ਨਹੀਂ ਆਇਆ। ਸਲੀਮ ਨੇ ਉਹਨੂੰ ਦਰਵਾਜ਼ਾ ਬੰਦ ਕਰਨ ਵਾਸਤੇ ਕਿਹਾ ਤੇ ਆਪ ਕਮਰੇ ਵਿੱਚ ਖੁੱਲ੍ਹੀ ਹੋਈ ਬਾਰੀ ਦੇ ਸਾਹਮਣੇ ਖੜ੍ਹਾ ਹੋ ਕੇ ਸੋਚਣ ਲੱਗ ਪਿਆ। ਉਹਦੀਆਂ ਸੋਚਾਂ ਲੰਬੀਆਂ ਹੁੰਦੀਆਂ ਗਈਆਂ। ਕਿੰਨੀ ਅਜੀਬ ਗੱਲ ਏ, ਮੈਂ ਉਹ ਸਲੀਮ ਹਾਂ ਜਿਹਨੂੰ ਸਿਵਾਏ ਲੰਡਨ ਤੇ ਅਮਰੀਕਾ ਦੇ ਹੋਰ ਕੋਈ ਸ਼ਹਿਰ ਹੀ ਪਸੰਦ ਨਹੀਂ ਸੀ ਆਉਂਦਾ। ਤੇ ਇਸ ਵੇਲੇ ਛੋਟੇ ਜਿਹੇ ਪਿੰਡ ਵਿੱਚ ਰਾਤ ਦੇ 1 ਵਜੇ ਇਸ ਪੁਰਾਣੀ ਹਵੇਲੀ ਦੇ ਅੰਦਰ ਖਲੋ ਕੇ ਮੈਨੂੰ ਇੰਜ ਲੱਗਦਾ ਏ ਮੈਂ ਆਪਣੀ ਹਯਾਤੀ ਦੇ ਕਿਸੇ ਨਵੇਂ ਮੋੜ 'ਤੇ ਆਣ ਖਲੋਤਾ ਵਾਂ। ਮੈਨੂੰ ਰੁਕ ਜਾਣਾ ਚਾਹੀਦਾ ਏ, ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ। ਭਲਾ ਮੇਰਾ ਤੇ ਚੌਧਰੀ ਸਾਹਿਬ ਦਾ ਆਪਸ ਵਿੱਚ ਕੀ ਰਿਸ਼ਤਾ ਹੋ ਸਕਦਾ ਹੈ? ਮੈਨੂੰ ਉਹਨਾਂ ਦੇ ਘਰ ਵਾਲਿਆਂ ਦੀ ਇੱਜ਼ਤ ਜਾਂ ਬੇਇੱਜ਼ਤੀ ਨਾਲ ਕੀ ਤਾਲੁਕ ਹੈ? ਮੈਂ ਤਾਂ ਇੱਕ ਡਾਕਟਰ ਬਣ ਕੇ ਇੱਥੇ ਆਇਆ ਵਾਂ। ਮੇਰਾ ਕੰਮ ਨਿਰਾ ਇਹ ਵੇ, ਜੇ ਮੈਂ ਮਰੀਜ਼ ਦਾ ਇਲਾਜ ਕਰਾਂ, ਅੱਗੇ ਉਹਦੀ ਕਿਸਮਤ। ਇਹ ਗੱਲ ਆਪਣੇ ਦਿਲ ਨੂੰ ਲਿਆਉਣ ਦਾ ਕੀ ਫਾਇਦਾ? ਇਹ ਗੱਲ ਆਪਣੇ ਦਿਲ ਨੂੰ ਲਾਉਣ ਦਾ ਕੀ ਫਾਇਦਾ? ਸਲੀਮ ਨੇ ਮੇਜ਼ ਤੋਂ ਸਿਗਰਟਾਂ ਦੀ ਡੱਬੀ ਚੁੱਕੀ ਤੇ ਇੱਕ ਸਿਗਰਟ ਭਾਲ ਕੇ ਪੀਣ ਲੱਗ ਪਿਆ। ਉਹਦੇ ਕਮਰੇ ਦੇ ਵਿੱਚ ਅੰਗੀਠੀ ਦੇ ਉੱਤੇ ਤਸਵੀਰਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਬੜੀ ਪਿਆਰੀ ਜਿਹੀ ਯੂਰਪੀ ਲਿਬਾਸ ਵਿੱਚ ਹੱਸਦੀ ਹੋਈ ਕੁੜੀ ਦੀ ਤਸਵੀਰ ਸੀ। ਸਲੀਮ ਉਸ ਤਸਵੀਰ ਦੇ ਸਾਹਮਣੇ ਖੜ੍ਹੇ ਹੋ ਕੇ ਕੁਝ ਸੋਚਣ ਡੈ ਪਿਆ। ਉਹਦੇ ਜ਼ਿਹਨ ਵਿੱਚ ਇੱਕ ਇੱਕ ਕਰਕੇ ਸਾਰੇ ਪਰਦੇ ਹਟਦੇ ਗਏ। ਹੌਲੀ ਹੌਲੀ ਉਹਨੂੰ ਆਪਣਾ ਅਮਰੀਕਾ ਦੇ ਵਿੱਚ ਗੁਜ਼ਾਰਿਆ ਹੋਇਆ ਵੇਲਾ ਯਾਦ ਆਉਣ ਲੱਗ ਪਿਆ। ਉਹ ਸ਼ਾਮ ਕਿੰਨੀ ਪਿਆਰੀ ਸੀ ਜਦੋਂ ਉਹ ਸਿਸਟਰ ਮਾਰਗਰੇਟ ਦੇ ਨਾਲ ਡਿਊਟੀ ਤੋਂ ਫਾਰਗ ਹੋ ਕੇ ਥੀਏਟਰ ਵੇਖਣ ਵਾਸਤੇ ਗਏ ਸਨ। ਸਿਸਟਰ ਮਾਰਗਰੇਟ ਨੇ ਉਹਦੇ ਨਾਲ ਕਿੰਨਾ ਪਿਆਰ ਕਰਦੀ ਸੀ। ਜਦੋਂ ਸਲੀਮ ਨੂੰ ਇਨਫਲੂਐਂਜ਼ਾ ਹੋ ਗਿਆ ਸੀ, ਉਹਨੇ ਦਿਨ ਰਾਤ ਕਿੰਨੀ ਖਿਦਮਤ ਕੀਤੀ ਸੀ। ਉਹਦੀ ਸ਼ਕਲ ਬਿਲਕੁਲ ਸ਼ਹਿਜ਼ਾਦੀਆਂ ਵਾਂਗਣ ਸੀ। ਨੀਲਾ ਅੱਖਾਂ, ਸੁਨਹਿਰੇ ਵਾਲ, ਬੜਾ ਸੁਡੌਲ ਜਿਸਮ ਤੇ ਗੱਲਾਂ ਵੀ ਉਹਨਾਂ ਦੀਆਂ ਬੜੀਆਂ ਜਚੀਆਂ ਤੁਲੀਆਂ ਹੁੰਦੀਆਂ ਸਨ। ਇਸੇ ਤਰ੍ਹਾਂ ਵੀ ਉਹਦੇ ਬਾਰੇ ਸੋਚੋ, ਜਿਸ ਤਰ੍ਹਾਂ ਵੀ ਉਹਦੇ ਬਾਰੇ ਸੋਚੋ, ਬੜੀ ਅਕਲਮੰਦ ਤੇ ਕਾਬਲ ਨਜ਼ਰ ਆਉਂਦੀ ਸੀ। ਥੀਏਟਰ ਵਿੱਚ ਜਾ ਕੇ ਉਹ ਇੰਜ ਇੱਕ ਦੂਜੇ ਵਿੱਚ ਖੋ ਗਏ। ਉਹਨਾਂ ਨੂੰ ਬਾਹਰ ਨਿਕਲ ਕੇ ਇੰਨਾ ਵੀ ਨਹੀਂ ਸੀ ਯਾਦ ਰਿਹਾ ਜੇ ਕਿਹੜਾ ਡਰਾਮਾ ਵੇਖ ਕੇ ਆਏ ਸਨ। ਉਸ ਰਾਤ ਸਲੀਮ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੋ ਗਿਆ ਸੀ। ਸਿਸਟਰ ਮਾਰਗਰੇਟ ਉਹਦੇ ਨਾਲ ਸੱਚਾ ਮੁੱਚਾ ਪਿਆਰ ਕਰਦੀ ਸੀ। ਬਸ ਉਹਦੇ ਵੱਲੋਂ ਇੱਕ ਇਸ਼ਾਰੇ ਦੀ ਦੇਰ ਸੀ ਤਾਂ ਜੇ ਇਹ ਚਾਹੁੰਦਾ ਤਾਂ ਦੋਨਾਂ ਦੀ ਸ਼ਾਦੀ ਹੋ ਸਕਦੀ ਸੀ। ਸਲੀਮ ਕਮਰੇ ਵਿੱਚ ਟਹਿਲ ਕੇ ਸੋਚਦਾ ਰਿਹਾ, ਮੇਰਾ ਉਦੋਂ ਮਾਰਗਰੇਟ ਨਾਲ ਵਿਆਹ ਹੋ ਜਾਂਦਾ ਤੇ ਫਿਰ ਮੇਰੀ ਜ਼ਿੰਦਗੀ ਕਿੰਨੀ ਤਬਦੀਲ ਹੁੰਦੀ। ਇਸ ਵੇਲੇ ਅਮਰੀਕਾ ਦੇ ਵਿੱਚ ਕਿਸੇ ਵੱਡੇ ਇਲਾਕੇ ਵਿੱਚ ਇੱਕ ਬੜਾ ਸੋਹਣਾ ਜਿਹਾ ਫਲੈਟ ਹੁੰਦਾ, ਕਾਰ ਤੇ ਟੈਲੀਵਿਜ਼ਨ ਤੇ ਫਰਿੱਜ ਹੁੰਦਾ ਤੇ 2-3 ਪਿਆਰੇ ਬੱਚੇ ਵੀ। ਅਮਰੀਕਾ ਵਿੱਚ ਡਾਕਟਰ ਨੂੰ ਆਮਦਨੀ ਵੀ ਇੰਨੀ ਬੇਸ਼ੁਮਾਰ ਹੁੰਦੀ ਏ, ਉਹਨਾਂ ਨੂੰ ਆਪਣੇ ਬੱਚਿਆਂ ਦੀ ਤਾਲੀਮ ਜਾਂ ਹੋਰ ਕਿਸੇ ਚੀਜ਼ ਦੇ ਖਰਚ ਦਾ ਫਿਕਰ ਨਹੀਂ ਹੋ ਸਕਦਾ। ਸਲੀਮ ਸੋਚਦਾ ਰਿਹਾ, ਕੀ ਗੱਲ ਸੀ ਜੋ ਮੈਂ ਮਾਰਗਰੇਟ ਦੇ ਨਾਲ ਸ਼ਾਦੀ ਨਾ ਕਰ ਸਕਿਆ? ਮੈਂ ਤੇ ਛੋਟੇ ਹੁੰਦਿਆਂ ਤੋਂ ਇਹੋ ਹੀ ਆਸ ਦਿਲ ਵਿੱਚ ਰੱਖੀ ਸੀ, ਜੇ ਮੈਂ ਡਾਕਟਰ ਬਣ ਕੇ ਅਮਰੀਕਾ ਜਾਵਾਂਗਾ ਤੇ ਮੈਂ ਵਾਪਸ ਪਾਕਿਸਤਾਨ ਕਿਉਂ ਆਇਆ? ਉੱਥੇ ਮੇਰੇ ਕੋਲ ਸਭ ਕੁਝ ਸੀ,
ਮਾਰਗਰੇਟ ਦੇ ਇਲਾਵਾ ਹੋਰ ਕਿੰਨੀਆਂ ਹੀ ਕੁੜੀਆਂ ਮੇਰੇ ਨਾਲ ਸ਼ਾਦੀ ਕਰਨ ਵਾਸਤੇ ਤਿਆਰ ਸਨ। ਕਿਸੇ ਸ਼ੈ ਦਾ ਘਾਟਾ ਨਹੀਂ ਸੀ। ਫਿਰ ਉਹਦੀਆਂ ਸੋਚਾਂ ਨੇ ਇੱਕ ਪਲਟਾ ਖਾਧਾ। ਹਜ਼ਾਰਾਂ ਮੀਲਾਂ ਦਾ ਫਾਸਲਾ ਇੱਕ ਚੁਟਕੀ ਵਿੱਚ ਤੈਅ ਕਰਕੇ ਉਹਦਾ ਦਿਮਾਗ, ਜਿਹੜਾ ਅਮਰੀਕਾ ਦੇ ਬਾਰੇ ਸੋਚਦਾ ਪਿਆ ਸੀ, ਉਸਨੂੰ ਇੱਕਦਮ ਹੀ ਫਿਜ਼ਾਬਾਦ ਦੇ ਘਰ ਲੈ ਆਇਆ। ਉਹਦੇ ਸਾਹਮਣੇ ਆਪਣੀ ਮਾਂ ਦੀ ਸ਼ਕਲ ਆ ਖਲੋਤੀ। ਨੱਕ ਨਕਸ਼ ਸੁਥਰਾ, ਚਿੱਟੇ ਕੱਪੜੇ, ਨੇਕੀ ਦੀ ਰੌਸ਼ਨੀ ਨਾਲ ਚਮਕਦੀਆਂ ਹੋਈਆਂ ਅੱਖਾਂ, ਮੱਥੇ 'ਤੇ ਸਜਦੇ ਕਰਨ ਦਾ ਨਿਸ਼ਾਨ ਉੱਭਰਿਆ ਹੋਇਆ। ਦਰਮਿਆਨਾ ਕੱਦ। ਉਹਨਾਂ ਦੇ ਚਿਹਰੇ 'ਤੇ ਕਿੰਨੀ ਸਿਫਤ ਹੁੰਦੀ ਸੀ ਤੇ ਕਦੀ-ਕਦੀ ਕਿੰਨਾ ਜਲਾਲ। ਉਹ ਪਿਆਰ ਵੀ ਕਿੰਨਾ ਕਰਦੇ ਸਨ, ਪਰ ਨਸੀਹਤਾਂ ਵੀ ਬੜੀਆਂ ਡਾਂਡੀਆਂ ਕਰਦੇ ਸਨ। ਉਹਦੇ ਕੰਨਾਂ ਵਿੱਚ ਮਾਂ ਦੇ ਬੋਲ ਸੁਣਾਈ ਦੇਣ ਲੱਗ ਪਏ, ਸਲੀਮ, ਮੇਰੀ ਦਿਲੀ ਖੁਆਇਸ਼ ਇਹ ਵੇ ਤੂੰ ਡਾਕਟਰ ਬਣ ਕੇ ਹਫੀਜ਼ਾਬਾਦ ਵਿੱਚ ਆਪਣੇ ਮਾਮੇ ਨਾਲ ਪ੍ਰੈਕਟਿਸ ਸ਼ੁਰੂ ਕਰ ਦੇਵੇਂ। ਪੁੱਤਰ, ਆਪਣੇ ਮੁਲਕ ਨਾਲੋਂ ਚੰਗੀ ਦੁਨੀਆ ਵਿੱਚ ਹੋਰ ਕੋਈ ਚੰਗੀ ਥਾਂ ਨਹੀਂ ਹੁੰਦੀ। ਫਿਰ ਮੈਂ ਤੇਰੀ ਸ਼ਾਦੀ ਸਦੀਕਾ ਨਾਲ ਰਚਾ ਕੇ ਆਪਣੇ ਦਿਲ ਦੀਆਂ ਸਦਰਾਂ ਪੂਰੀਆਂ ਕਰ ਲਵਾਂਗੀ। ਕਿਧਰੇ ਇਹ ਉਹਦੀ ਮਾਂ ਦੀਆਂ ਨਸੀਹਤਾਂ ਦਾ ਅਸਰ ਤਾਂ ਨਹੀਂ ਸੀ। ਉਹ ਅਮਰੀਕਾ ਛੱਡ ਕੇ ਵਾਪਸ ਪਾਕਿਸਤਾਨ ਆ ਗਿਆ ਸੀ। ਉਸ ਜ਼ਮਾਨੇ ਵਿੱਚ ਸਲੀਮ ਨੂੰ ਹਫੀਜ਼ਾਬਾਦ ਦੇ ਸ਼ਹਿਰ ਤੇ ਉਹਨਾਂ ਦੇ ਗਰੀਬ ਰਿਸ਼ਤੇਦਾਰਾਂ ਨਾਲ ਤੇ ਸਦੀਕਾ ਨਾਲ ਕਿੰਨੀ ਚਿੜ ਸੀ। ਉਹ ਸਦੀਕਾ ਦਾ ਕਿੰਨੀ ਬੁਰੀ ਤਰ੍ਹਾਂ ਦਿਲ ਦਿਖਾਉਂਦਾ ਹੁੰਦਾ ਸੀ। ਪਰ ਹੁਣ ਉਹ ਇਸ ਪਿੰਡ ਵਿੱਚ ਖਲੋ ਕੇ ਉਹਨਾਂ ਬੀਤੇ ਹੋਏ ਵੇਲਿਆਂ ਨੂੰ ਯਾਦ ਕਰਦਾ ਪਿਆ ਸੀ। ਸਲੀਮ ਨੂੰ ਸ਼ਾਹਿਦ ਨੇ ਖਤ ਨੇ ਲਿਖਿਆ ਸੀ। ਸਦੀਕਾ ਦੀ ਸ਼ਾਦੀ ਇੱਕ ਬੜੇ ਚੰਗੇ ਸਰਕਾਰੀ ਅਫਸਰ ਨਾਲ ਹੋ ਗਈ ਸੀ। ਉਹ ਇਸਲਾਮਾਬਾਦ ਰਹਿੰਦੀ ਸੀ ਤੇ ਉਹਦੇ 2-3 ਬੱਚੇ ਵੀ ਸਨ। ਸ਼ਾਹਿਦ ਨੇ ਇਹ ਵੀ ਲਿਖਿਆ ਸੀ, ਸ਼ਾਦੀ ਪਿੱਛੋਂ ਉਹ ਇੱਕ ਵਾਰੀ ਹਫੀਜ਼ਾਬਾਦ ਆਈ ਸੀ। ਉਹ ਬੜੀ ਖੁਸ਼ ਦਿਸਦੀ ਸੀ। ਨਾਲੇ ਸਲੀਮ ਦੀ ਮਾਂ ਜਿੰਨਾ ਚਿਰ ਜਿਉਂਦੀ ਰਹੀ, ਉਹ ਜ਼ਰੂਰ ਮਹੀਨੇ ਵਿੱਚ 1-2 ਵਾਰੀ ਸਲੀਮ ਨੂੰ ਖਤ ਲਿਖਦੀ ਸੀ ਤੇ ਇੱਧਰ ਉੱਧਰ ਦੀਆਂ ਸਾਰੀਆਂ ਖਬਰਾਂ ਦਾ ਸਲੀਮ ਨੂੰ ਪਤਾ ਲੱਗਦਾ ਰਹਿੰਦਾ ਸੀ। ਜਦੋਂ ਉਹਦੇ ਦੋਸਤ ਸ਼ਾਹਿਦ ਦੇ ਖਤ ਤੋਂ ਪਤਾ ਲੱਗਿਆ ਕਿ ਉਹਦੀ ਮਾਂ ਦੀ ਮੌਤ ਹੋ ਗਈ ਹੈ, ਉਸ ਦਿਨ ਸਲੀਮ ਨੂੰ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਜੇ ਉਹ ਬੜਾ ਹੀ ਬਦਕਿਸਮਤ ਹੈ ਜਿਹੜਾ ਇੰਨਾ ਵੱਡਾ ਡਾਕਟਰ ਤੇ ਅਫਸਰ ਹੋ ਕੇ ਆਪਣੀ ਮਾਂ ਦੀ ਖਿਦਮਤ ਨਾ ਕਰ ਸਕਿਆ। ਧੰਨਵਾਦ। ਜਾਰੀ ਹੈ।